ਸੋ ਵੈਲਕਮ ਬੈਕ ਇੱਕ ਹੋਰ ਵੀਡੀਓ ਦੇ ਵਿੱਚ। ਉਮੀਦ ਕਰਦਾ ਇਹ ਚੈਨਲ ਹਾਲੇ ਤੱਕ ਤੁਹਾਨੂੰ ਥੋੜੀ ਬਹੁਤ ਮੋਟੀਵੇਸ਼ਨ, ਇੰਸਪਾਇਰੇਸ਼ਨ ਜਾਂ ਇਨਕਰੇਜਮੈਂਟ ਲਾਈਫ ਦੇ ਵਿੱਚ ਥੋੜੀ ਬਹੁਤ ਦਿੰਦਾ ਆਇਆ ਹੋਵੇਗਾ। ਔਰ ਆਪਾਂ ਹੁਣ ਨਵੀਂ ਸੀਰੀਜ਼ ਜਿਹੜੀ ਆ ਆਲਰੇਡੀ ਸ਼ੁਰੂ ਕਰ ਚੁੱਕੇ ਹਾਂ। ਔਰ ਹੁਣ ਤੋਂ ਤਕਰੀਬਨ 4 ਵੀਕਸ ਜਿਹੜੇ ਨੇ ਆਪਾਂ ਇੱਕ ਬੜੇ ਹੀ ਖਾਸ ਸ਼ਖਸ ਦੇ ਬਾਰੇ ਡਿਸਕਸ ਕਰਾਂਗੇ। ਉਹਨਾਂ ਦੀਆਂ ਥੋਟਸ ਔਰ ਕੋਟਸ ਦੇ ਥਰੂ ਆਪਾਂ ਉਹਨਾਂ ਦੀ ਵਿਊ ਪੁਆਇੰਟ ਦੁਨੀਆ ਦਾ ਜਿਹੜਾ ਆ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ, ਥੋੜ੍ਹਾ ਬਹੁਤ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿੱਦਾਂ ਜ਼ਿੰਦਗੀ ਨੂੰ ਜੀ ਕੇ ਗਏ ਔਰ ਉਹ ਕੀ ਸਾਨੂੰ ਸਿਖਾਉਣਾ ਚਾਹੁੰਦੇ ਸੀਗੇ। ਸੋ ਤਕਰੀਬਨ ਮੈਨੂੰ ਜਿੱਥੋਂ ਤੱਕ ਲੱਗਦਾ ਸਾਰਿਆਂ ਨੂੰ ਹੀ ਉਹਨਾਂ ਬਾਰੇ ਪਤਾ ਹੀ ਹੋਊਗਾ। ਉਹ ਸਿੱਖੀਜ਼ਮ ਦੇ ਪਹਿਲੇ ਗੁਰੂ ਨੇ, ਗੁਰੂ ਨਾਨਕ ਦੇਵ ਜੀ। ਤੁਸੀਂ ਟਾਈਟਲ ਦੇ ਵਿੱਚ ਦੇਖ ਹੀ ਲਿਆ ਹੋਣਾ ਆ। ਸੋ ਗੁਰੂ ਨਾਨਕ ਦੇਵ ਜੀ ਆਪਣੇ ਸਮੇਂ ਦੇ ਸਭ ਤੋਂ ਮਹਾਨ ਸ਼ਖਸੀਅਤਾਂ ਦੇ ਵਿੱਚੋਂ ਇੱਕ ਸੀਗੇ, ਜਿਨ੍ਹਾਂ ਦੀ ਲਾਈਫ ਬਹੁਤ ਜ਼ਿਆਦਾ ਗੋਡ ਔਰ ਅਸਲੀ ਜ਼ਿੰਦਗੀ ਕਿਵੇਂ ਜੀ ਜਾਂਦੀ ਆ, ਰੱਬ ਕੀ ਹੈ, ਇਹਦੇ ਆਲੇ ਦੁਆਲੇ ਕਾਫੀ ਜ਼ਿਆਦਾ ਰਹੇ। ਔਰ ਤਕਰੀਬਨ ਦੁਨੀਆ ਨੂੰ ਰੀਜ਼ਨ ਦੇ ਉੱਤੇ, ਤਰਕ ਦੇ ਉੱਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੋ ਚੱਲ ਰਿਹਾ ਸੀ ਉਸ ਟਾਈਮ ਉਹ ਕਿੱਦਾਂ ਗਲਤ ਸੀ ਔਰ ਕਿੱਦਾਂ ਜ਼ਿੰਦਗੀ ਨੂੰ ਵਧੀਆ ਕੀਤਾ ਜਾ ਸਕਦਾ ਸੀਗਾ। ਔਰ ਰੱਬ ਦੇ ਉੱਤੇ ਉਹਨਾਂ ਨੇ ਕਾਫੀ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਸਾਰੀ ਦੁਨੀਆ ਨੂੰ। ਔਰ ਜ਼ਿੰਦਗੀ ਨੂੰ ਕਿੱਦਾਂ ਵਧੀਆ ਕੀਤਾ ਜਾ ਸਕਦਾ ਉਹਦੇ ਉੱਤੇ ਵੀ ਬਹੁਤ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕੀਤੀ। ਹਾਊਐਵਰ ਤੁਹਾਨੂੰ ਪਤਾ ਆ ਕਿ ਆਪਾਂ ਜਿਹੜਾ ਹੈਗਾ ਆ ਇਸ ਚੈਨਲ ਦੇ ਉੱਤੇ ਗੋਡ ਦੇ ਬਾਰੇ ਡਿਸਕਸ ਨਹੀਂ ਕਰਦੇ ਜਾਂ ਬਹੁਤ ਘੱਟ ਕਰਦੇ ਹਾਂ। ਸੋ ਗੋਡ ਦਾ ਜੋ ਵੀ ਉਹਨਾਂ ਦਾ ਆਈਡੀਆ ਸੀਗਾ ਆਪਾਂ ਉਹਨੂੰ ਨਹੀਂ ਛੂਵਾਂਗੇ। ਆਪਾਂ ਦੂਸਰੇ ਪਾਸੇ ਜੋ ਉਹ ਜ਼ਿੰਦਗੀ ਦੇ ਵਿੱਚ ਦੱਸ ਕੇ ਗਏ ਆ ਕਿ ਕਿੱਦਾਂ ਜ਼ਿੰਦਗੀ ਵਧੀਆ ਕੀਤੀ ਜਾ ਸਕਦੀ ਆ, ਉਹਨਾਂ ਦਾ ਵਿਊ ਪੁਆਇੰਟ ਕੀ ਸੀਗਾ ਜ਼ਿੰਦਗੀ ਨੂੰ ਲੈ ਕੇ। ਉਹ ਹਮੇਸ਼ਾ ਹੀ ਰੀਜ਼ਨ, ਤਰਕ ਦੇ ਉੱਤੇ ਗੱਲਾਂ ਸਿਖਾਉਂਦੇ ਰਹੇ ਆ, ਚੀਜ਼ਾਂ ਹਰ ਇੱਕ ਨੂੰ ਕਹਿੰਦੇ ਰਹੇ ਆ ਕਿ ਰੀਜ਼ਨ ਦੇ ਨਾਲ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰੋ, ਤਰਕ ਦੇ ਨਾਲ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰੋ। ਔਰ ਉਹ ਚੀਜ਼ਾਂ ਜੋ ਐਕਚੁਅਲ ਦੇ ਵਿੱਚ ਆਪਾਂ ਰੀਜ਼ਨ ਦੇ ਨਾਲ ਯੂਜ਼ ਕਰਕੇ ਅਸਲੀ ਲਾਈਫ ਦੇ ਵਿੱਚ ਇੰਪਲੀਮੈਂਟ ਕਰ ਸਕਦੇ ਹਾਂ, ਉਹ ਆਪਾਂ ਡਿਸਕਸ ਕਰਾਂਗੇ। ਔਰ ਜਦੋਂ ਆਪਾਂ ਥੋਟਸ ਡਿਸਕਸ ਕਰ ਰਹੇ ਹੋਵਾਂਗੇ ਕਿਤੇ ਨਾ ਕਿਤੇ ਗੋਡ ਦਾ ਜ਼ਿਕਰ ਫਿਰ ਵੀ ਆ ਜਾਏਗਾ, ਕਿਉਂਕਿ ਉਹ ਗੋਡ ਦੇ ਬਾਰੇ ਕਾਫੀ ਕੁਝ ਸਮਝਾ ਕੇ ਗਏ ਆ। ਸੋ ਪਰ ਆਪਾਂ ਪਰਟੀਕੂਲਰਲੀ ਗੋਡ ਵੱਲ ਨਹੀਂ ਜਾਵਾਂਗੇ। ਆਪਾਂ ਖਾਲੀ ਉਹ ਕੋਟਸ ਦੀ ਹੈਲਪ ਦੇ ਨਾਲ ਜ਼ਿੰਦਗੀ 'ਤੇ ਕੀ ਇੰਪਲੀਮੈਂਟੇਸ਼ਨ ਆਪਾਂ ਕਰ ਸਕਦੇ ਹਾਂ ਔਰ ਉਹਨਾਂ ਦਾ ਵਿਊ ਪੁਆਇੰਟ ਬੇਸਿਕਲੀ ਕੀ ਸੀਗਾ, ਆਪਾਂ ਇਹੀ ਟਰਾਈ ਕਰਾਂਗੇ ਜਾਣਨ ਦੀ। ਸੋ ਰਿਲੀਜੀਅਸ ਵਾਸਤੇ ਵੀਡੀਓ ਨਹੀਂ ਹੈ ਇਹ ਐਕਚੁਅਲ ਲਾਈਫ ਦੇ ਵਿੱਚ ਜੋ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ ਉਹਨਾਂ ਦਾ ਵਿਊ ਪੁਆਇੰਟ ਲਾਈਫ ਨੂੰ ਲੈ ਕੇ ਕੀ ਸੀਗਾ, ਗੋਡ ਨੂੰ ਲੈ ਕੇ ਨਹੀਂ, ਲਾਈਫ ਨੂੰ ਲੈ ਕੇ ਕੀ ਸੀਗਾ, ਉਹ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਹਾਊਐਵਰ ਅਗਰ ਕੋਈ ਜ਼ਿਆਦਾ ਜਾਣਨਾ ਚਾਹੁੰਦਾ ਆ ਉਹਨਾਂ ਦੇ ਬਾਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਸਕਦਾ ਆ। ਉਹ ਗੁਰਮੁਖੀ ਦੇ ਵਿੱਚ ਲਿਖੇ ਹੋਏ ਨੇ, ਇੰਗਲਿਸ਼ ਦੇ ਵਿੱਚ ਵੀ, ਪੰਜਾਬੀ ਦੇ ਵਿੱਚ ਵੀ ਉਹਦੀਆਂ ਟਰਾਂਸਲੇਸ਼ਨਸ ਹੈਗੀਆਂ ਨੇ। ਅਗਰ ਕਿਸੇ ਨੂੰ ਗੁਰਮੁਖੀ ਸਿੱਧੀ ਸਮਝ ਆਉਂਦੀ ਹੈ ਤੇ ਬਹੁਤ ਵਧੀਆ, ਅਗਰ ਨਹੀਂ ਆਉਂਦੀ ਤੇ ਉਹ ਇੰਗਲਿਸ਼ ਜਾਂ ਪੰਜਾਬੀ ਦੇ ਕਿਸੇ ਵੀ ਚੈਨਲ ਦੇ ਉੱਤੇ ਜਾ ਕੇ ਟਰਾਂਸਲੇਸ਼ਨਸ ਦੇਖ ਸਕਦਾ ਆ। ਸਿੰਪਲ ਪੰਜਾਬੀ ਦੇ ਵਿੱਚ ਉਹਨਾਂ ਦੀ ਸਾਰੀ ਲਾਈਫ ਵੀ ਸਮਝ ਸਕਦਾ ਕਿ ਉਹਨਾਂ ਦਾ ਗੋਡ ਦੇ ਬਾਰੇ ਕੀ ਵਿਊ ਪੁਆਇੰਟ ਸੀਗਾ, ਲਾਈਫ ਦੇ ਬਾਰੇ ਕੀ ਵਿਊ ਪੁਆਇੰਟ ਸੀਗਾ, ਜੋ ਕਿ ਤਕਰੀਬਨ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ। ਹਾਊਐਵਰ ਜੋ ਆਪਾਂ ਇੱਥੇ ਗੱਲ ਕਰਾਂਗੇ ਉਹ ਓਨਲੀ ਲਾਈਫ ਨੂੰ ਰਿਲੇਟ ਕਰਕੇ ਹੀ ਕਰਾਂਗੇ। ਔਰ ਗੁਰਮੁਖੀ ਤੋਂ ਪੰਜਾਬੀ ਟਰਾਂਸਲੇਟ ਜਿਹੜੀ ਆ ਉਹ ਮੈਂ ਨਹੀਂ ਕਰੂੰਗਾ। ਗੁਰਮੁਖੀ ਤੋਂ ਇੰਗਲਿਸ਼ ਆਲਰੇਡੀ ਟਰਾਂਸਲੇਸ਼ਨ ਹੋਈ ਪਈ ਆ, ਉਹ ਕੋਟਸ ਦੀ, ਉਹ ਲਾਈਨਸ ਦੀ, ਥੋਟਸ ਦੀ। ਉਹ ਇੰਗਲਿਸ਼ 'ਚ ਆਪਾਂ ਪਹਿਲਾਂ ਡਿਸਕਸ ਕਰਾਂਗੇ, ਉਹਨੂੰ ਟਰਾਂਸਲੇਟ ਕਰਾਂਗੇ ਔਰ ਥੋੜ੍ਹਾ ਬਹੁਤ ਉਹਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਆਪਣੀ ਲਾਈਨਸ ਦੇ ਨਾਲ ਕੀ ਦੱਸਣਾ ਚਾਹੁੰਦੇ ਸੀਗੇ। ਰਾਈਟ, ਸੋ ਸ਼ੁਰੂ ਕਰਦੇ ਹਾਂ। ਪਹਿਲਾ ਕੋਟ ਇਹ ਕਹਿੰਦਾ ਕਿ ਸਪੀਕ ਓਨਲੀ ਦੈਟ ਵਿਚ ਵਿਲ ਬ੍ਰਿੰਗ ਯੂ ਓਨਰ। ਸੋ ਇਹਦਾ ਟਰਾਂਸਲੇਸ਼ਨ ਇਹ ਹੋਇਆ ਕਿ ਸਪੀਕ ਓਨਲੀ ਦੈਟ, ਸਿਰਫ ਉਹੀ ਬੋਲੋ, ਵਿਚ ਵਿਲ ਬ੍ਰਿੰਗ ਯੂ ਓਨਰ, ਜੋ ਤੁਹਾਨੂੰ ਮਾਣ ਮਹਿਸੂਸ ਕਰਾਵੇ। ਬੇਸਿਕਲੀ ਤਾਂ ਸੈਲਫ ਐਕਸਪਲੇਨੇਟਰੀ ਹੀ ਆ, ਕਿੰਨਾ ਜ਼ਿਆਦਾ ਕੌਨਫੀਡੈਂਟ ਫੀਲ ਕਰਾਉਣ ਵਾਸਤੇ ਇਹ ਕੋਟ ਲਿਖਿਆ ਗਿਆ। ਕਿੰਨੀ ਵਧੀਆ ਗੱਲ ਦੱਸੀ ਗਈ ਹੈ ਇਹਦੇ 'ਚ ਕਿ ਸਿਰਫ ਉਹੀ ਬੋਲਣਾ ਚਾਹੀਦਾ ਆਪਾਂ ਨੂੰ ਜੋ ਆਪਾਂ ਨੂੰ ਮਾਣ ਮਹਿਸੂਸ ਕਰਾਵੇ, ਜੋ ਆਪਾਂ ਨੂੰ ਬੁਰਾ ਫੀਲ ਕਰਾਵੇ,
ਜਾਂ ਅਗਲੇ ਨੂੰ ਬੁਰਾ ਫੀਲ ਕਰਾਵੇ, ਉਹ ਆਪਾਂ ਨੂੰ ਬਿਲਕੁਲ ਨਹੀਂ ਬੋਲਣਾ ਚਾਹੀਦਾ। ਸਿਰਫ ਉਹੀ ਬੋਲੋ ਜੋ ਤੁਹਾਨੂੰ ਮਾਣ ਮਹਿਸੂਸ ਕਰਾਵੇ। ਮਾਣ ਵਾਲੀ ਗੱਲਾਂ ਹੀ ਕਰਨੀਆਂ ਚਾਹੀਦੀਆਂ ਨੇ, ਬੁਰੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸੋ ਸੈਕਿੰਡ ਕੋਟ ਵੱਲ ਵੱਧਦੇ ਹਾਂ। ਸੈਕਿੰਡ ਕੋਟ ਹੈ ਕਿ he who has no faith in himself can never have faith in God। ਟ੍ਰਾਂਸਲੇਸ਼ਨ ਇਹਦੀ ਸਿੰਪਲ ਹੋ ਗਈ ਕਿ he who has no faith in himself, ਜਿਹੜੇ ਸ਼ਖਸ ਨੂੰ ਖੁਦ ਦੇ ਉੱਤੇ ਹੀ ਭਰੋਸਾ ਨਹੀਂ ਹੈਗਾ, can never have faith in God, ਉਹ ਕਦੇ ਵੀ ਰੱਬ ਦੇ ਉੱਤੇ ਭਰੋਸਾ ਨਹੀਂ ਕਰ ਸਕਦਾ। ਸੋ ਇਹਦਾ ਸਿੰਪਲ ਟ੍ਰਾਂਸਲੇਸ਼ਨ ਹੋ ਗਈ। ਸੋ ਇਹਨੂੰ ਆਪਾਂ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਆ ਇਸ ਕੋਟ ਦੇ ਥਰੂ। ਕਿ ਆਪਾਂ ਦੇਖਿਆ ਹੋਊਗਾ ਬੜੀ ਵਾਰੀ ਲੋਕੀ ਜਿਹੜੇ ਨੇ ਉਹ ਕਿੰਨਾ ਜ਼ਿਆਦਾ ਫੇਥ ਰੱਬ ਦੇ ਉੱਤੇ ਕਰ ਦਿੰਦੇ ਨੇ, ਔਰ ਤਕਰੀਬਨ ਹਰ ਇੱਕ ਸਿਚੁਏਸ਼ਨ ਦੇ ਵਿੱਚ ਖੁਦ 'ਤੇ ਫੇਥ ਕਰਦੇ ਹੀ ਨਹੀਂ, ਖੁਦ 'ਤੇ ਕੌਨਫੀਡੈਂਸ ਬਿਲਕੁਲ ਹੀ ਜ਼ੀਰੋ ਕਰ ਦਿੰਦੇ ਆ, ਔਰ ਕਹਿੰਦੇ ਆ ਜੋ ਕਰਨਾ ਰੱਬ ਨਹੀਂ ਕਰਨਾ। ਸੋ ਉੱਥੇ ਉਹ ਲੋਕਾਂ ਵਾਸਤੇ ਥੋੜ੍ਹਾ ਜਿਹਾ ਗੁਰੂ ਨਾਨਕ ਦੇਵ ਜੀ ਨੇ ਇਹ ਥੋਟ ਲਿਖਿਆ ਹੋਏਗਾ ਕਿ ਪਹਿਲਾਂ ਜਿਹੜਾ ਹੈਗਾ ਆ ਭਰੋਸਾ, ਕੌਨਫੀਡੈਂਸ ਆਪਣੇ ਆਪ 'ਤੇ ਕਰੋ। ਅਗਰ ਤੁਸੀਂ ਆਪਣੇ ਆਪ 'ਤੇ ਕੋਈ ਵੀ ਕੌਨਫੀਡੈਂਸ ਜਾਂ ਭਰੋਸਾ ਨਹੀਂ ਕਰ ਸਕਦੇ ਕੁਝ ਕੰਮ ਕਰਨ ਲਈ, ਤਾਂ ਉਹ ਇਨਸਾਨ ਰੱਬ 'ਤੇ ਕੀ ਭਰੋਸਾ ਕਰੇਗਾ। ਸੋ ਇਹ ਮੈਂ ਨਹੀਂ ਕਹਿ ਰਿਹਾ, ਇਹ ਸਾਰਾ ਕੁਝ ਜੋ ਆਪਾਂ ਥੋਟਸ ਵਗੈਰਾ ਡਿਸਕਸ ਕਰ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੀਆਂ ਲਾਈਨਾਂ ਨੇ। ਸੋ ਇਹਨੂੰ ਓਪੋਜ਼ਿਟ ਨਾ ਲੈ ਜਾਓ, ਸਮਝਣ ਦੀ ਕੋਸ਼ਿਸ਼ ਕਰਿਓ ਕਿ ਉਹ ਕੀ ਕਹਿਣਾ ਚਾਹੁੰਦੇ ਆ। ਹੁਣ ਕਈ ਲੋਕੀ ਹੋਣਗੇ ਜਿਹੜੇ ਰੱਬ ਦੇ ਉੱਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਆ ਔਰ ਸੋਚਦੇ ਆ ਕਿ ਜੋ ਕਰਨਾ ਰੱਬ ਨਹੀਂ ਕਰਨਾ। ਸੋ ਉੱਥੇ ਕਿਤੇ ਨਾ ਕਿਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਕੌਨਫੀਡੈਂਸ ਆਪਣੇ ਉੱਤੇ ਲਿਆਉਣ ਲਈ ਵੀ ਕਿਹਾ ਆ ਕਿ ਪਹਿਲਾਂ ਤੁਸੀਂ ਖੁਦ 'ਤੇ ਭਰੋਸਾ ਕਰੋ, ਕੌਨਫੀਡੈਂਸ ਵਧਾਓ, ਫਿਰ ਤੁਸੀਂ ਜਿਹੜਾ ਹੈਗਾ ਆ ਰੱਬ 'ਤੇ ਕੌਨਫੀਡੈਂਸ ਕਰੋ। ਅਗਰ ਤੁਸੀਂ ਆਪਣੇ ਆਪ 'ਤੇ ਭਰੋਸਾ ਨਹੀਂ ਕਰ ਸਕਦੇ, ਆਪਣੇ ਆਪ ਉੱਤੇ ਫੇਥ ਨਹੀਂ ਹੈਗਾ, ਅਤੇ ਰੱਬ ਦੇ ਉੱਤੇ ਉਹ ਇਨਸਾਨ ਕਦੇ ਵੀ ਫੇਥ ਨਹੀਂ ਕਰ ਸਕਦਾ। ਅਗਲਾ ਕੋਟ ਇਹ ਕਹਿੰਦਾ ਹੈ ਕਿ one can never comprehend him even if one has reasoned for ages। ਟ੍ਰਾਂਸਲੇਸ਼ਨ ਇਹਦੀ ਆ ਜਾਂਦੀ ਹੈ ਕਿ one can never comprehend him। ਇੱਥੇ him God ਹੈਗਾ। ਉਹ ਇਹ ਕਹਿਣਾ ਚਾਹੁੰਦੇ ਆ ਕਿ one can never comprehend him, ਇੱਕ ਇਨਸਾਨ ਰੱਬ ਨੂੰ ਕਦੇ ਵੀ ਬਿਆਨ ਨਹੀਂ ਕਰ ਸਕਦਾ। even if one has reasoned for ages, ਇਹਦੇ ਬਾਵਜੂਦ ਕਿ ਚਾਹੇ ਉਹ ਜਿੰਨਾ ਮਰਜ਼ੀ ਸਮਾਂ ਰੀਜ਼ਨ ਦੇ ਨਾਲ ਰੱਬ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਰੱਬ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਕਦੇ ਵੀ ਰੀਜ਼ਨ ਦੇ ਨਾਲ ਵੀ ਰੱਬ ਨੂੰ ਸਮਝ ਨਹੀਂ ਪਾਏਗਾ, ਨਾ ਹੀ ਸਮਝਾ ਪਾਏਗਾ। ਸੋ one can never comprehend him even if one has reasoned for ages। ਹੁਣ ਇਹਨੂੰ ਆਪਾਂ ਥੋੜ੍ਹਾ ਜਿਹਾ ਡਿਸਕਸ ਕਰਦੇ ਹਾਂ ਕਿ ਇੱਥੇ ਗੋਡ ਦੇ ਬਾਰੇ ਉਹ ਡਿਸਕਸ ਕਰ ਰਹੇ ਨੇ ਕਿ ਰੱਬ ਇੱਕ ਇਹੋ ਜਿਹੀ ਚੀਜ਼ ਹੈ ਕਿ ਉਹਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ, ਔਰ ਰੀਜ਼ਨ ਦੇ ਉੱਤੇ ਉਹ ਸਾਰੀ ਜ਼ਿੰਦਗੀ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਆ ਹਰ ਇੱਕ ਨੂੰ, ਔਰ ਇਹ ਦੱਸ ਰਹੇ ਆ ਕਿ ਰੀਜ਼ਨ ਤੁਸੀਂ ਜਿੰਨਾ ਮਰਜ਼ੀ ਕਰ ਲਓ, ਤਰਕ ਤੁਸੀਂ ਜਿੰਨਾ ਮਰਜ਼ੀ ਕਰ ਲਓ, ਪਰ ਰੱਬ ਨੂੰ ਤੁਸੀਂ ਨਹੀਂ ਜਾਣ ਪਾਓਗੇ, ਰੱਬ ਨੂੰ ਤੁਸੀਂ ਨਹੀਂ ਸਮਝ ਪਾਓਗੇ। ਸੋ ਕੋਈ ਵੀ ਕੰਪਰੀਹੈਂਡ ਨਹੀਂ ਕਰ ਸਕਦਾ ਰੱਬ ਨੂੰ। ਡਜ਼ਨਟ ਮੈਟਰ ਕਿ ਕਿੰਨਾ ਟਾਈਮ ਉਹਨੇ ਟਰਾਈ ਕੀਤਾ ਆ ਰੀਜ਼ਨ ਦੇ ਨਾਲ ਉਹਨੂੰ ਸਮਝਣ ਦੇ ਬਾਰੇ। ਸੋ ਇਹ ਥੋੜ੍ਹਾ ਜਿਹਾ ਗੋਡ ਵੱਲ ਹੋ ਗਿਆ ਕੋਟ, ਪਰ ਮੈਂ ਜਿੱਦਾਂ ਕਿਹਾ ਸੀਗਾ ਕਿ ਉਹਨਾਂ ਦੀ ਕਾਫੀ ਜ਼ਿਆਦਾ ਜ਼ਿੰਦਗੀ ਜਿਹੜੀ ਹੈਗੀ ਆ ਉਹ ਰੱਬ ਨੂੰ ਸਮਝਣ ਅਤੇ ਸਮਝਾਉਣ ਦੇ ਵਿੱਚ ਵੀ ਨਿਕਲੀ ਆ, ਔਰ ਇਹਨੂੰ ਆਪਾਂ ਡੈਫੀਨੇਟਲੀ ਆਪਣੀ ਲਾਈਫ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ, ਕਿਉਂਕਿ ਕਿਤੇ ਨਾ ਕਿਤੇ ਆਪਾਂ ਨੂੰ ਉਹਨਾਂ ਦਾ ਵਿਊ ਪੁਆਇੰਟ ਮਿਲਦਾ ਕਿ ਰੱਬ ਦੇ ਬਾਰੇ ਉਹ ਆਪਾਂ ਨੂੰ ਇਹ ਵੀ ਦੱਸ ਰਹੇ ਆ ਕਿ ਉਹ ਇੱਕ ਇਹੋ ਜਿਹੀ ਚੀਜ਼ ਆ ਰੱਬ ਕਿ ਉਹਨੂੰ ਆਪਾਂ ਕਦੇ ਕੰਪਰੀਹੈਂਡ ਨਹੀਂ ਕਰ ਸਕਦੇ, ਔਰ ਰੀਜ਼ਨ ਤੁਸੀਂ ਜਿੰਨਾ ਮਰਜ਼ੀ ਕਰ ਲਓ ਉਹਦੇ ਨਾਲ ਵੀ ਆਪਾਂ ਉਹਨੂੰ ਕੰਪਰੀਹੈਂਡ ਨਹੀਂ ਕਰ ਸਕਦੇ, ਬੇਸਿਕਲੀ ਬਿਆਨ ਨਹੀਂ ਕਰ ਸਕਦੇ, ਸਮਝ ਨਹੀਂ ਸਕਦੇ। ਸੋ ਚੱਲਦੇ ਹਾਂ ਫੋਰਥ ਕੋਟ ਦੇ ਵਿੱਚ, ਔਰ ਅੱਜ ਦਾ ਆਖਰੀ ਕੋਟ ਇਹ ਕਹਿੰਦਾ ਹੈ ਕਿ ਈਵਨ ਕਿੰਗਸ ਐਂਡ ਐਂਪਰਰਸ with heaps of wealth and vast dominion cannot compare with an ant filled with the love of God।
ਸੋ ਇਹਦੀ ਪਹਿਲਾਂ ਆਪਾਂ ਟਰਾਂਸਲੇਸ਼ਨ ਕਰ ਦਿੰਦੇ ਹਾਂ। ਜਦੋਂ ਆਪਾਂ ਟਰਾਂਸਲੇਸ਼ਨ ਕਰਤੀ ਅੱਧੀ ਤੋਂ ਜ਼ਿਆਦਾ ਗੱਲ ਤਾਂ ਉੱਥੇ ਹੀ ਪਤਾ ਲੱਗ ਜਾਂਦੀ ਹੈ, ਪਰ ਫਿਰ ਵੀ ਥੋੜ੍ਹਾ ਬਹੁਤ ਡਿਸਕਸ਼ਨ ਮੈਂ ਕਰ ਦਿੰਦਾ ਹੁੰਦਾ ਥੋੜ੍ਹਾ ਜਿਹਾ ਹੋਰ ਕਲੀਅਰ ਹੋਣ ਵਾਸਤੇ ਕਿ ਕਈ ਵਾਰੀ ਟਰਾਂਸਲੇਸ਼ਨ ਨਾਲ ਨਹੀਂ ਸਮਝ ਲੱਗਦੀ। ਕਿ ਈਵਨ ਕਿੰਗਸ ਐਂਡ ਐਂਪਰਰਸ ਵਿਦ ਹੀਪਸ ਆਫ ਵੈਲਥ ਐਂਡ ਵਾਸਟ ਡੋਮੀਨੀਅਨ, ਰਾਜੇ ਮਹਾਰਾਜੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਧਨ ਦੌਲਤ ਹੈ, ਉਹਨੂੰ ਤੁਸੀਂ ਕੰਪੇਅਰ ਨਹੀਂ ਕਰ ਸਕਦੇ, ਉਹਨਾਂ ਨੂੰ ਵੀ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਇੱਕ ਚੀਟੀ ਦੇ ਨਾਲ, ਇੱਕ ਕੀੜੀ ਦੇ ਨਾਲ ਜਿਹਦੇ ਦਿਲ ਦੇ ਵਿੱਚ ਰੱਬ ਦਾ ਪਿਆਰ ਭਰਿਆ ਹੋਇਆ, with an ant filled with the love of God। ਸੋ ਬੇਸਿਕਲੀ ਇੱਥੇ ਉਹਨਾਂ ਨੇ ਕੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਪਾਸੇ ਰਾਜੇ ਮਹਾਰਾਜੇ ਰੱਖ ਲਏ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਧਨ ਦੌਲਤ ਹੈ, ਪੈਸੇ ਦੀ ਕੋਈ ਕਮੀ ਨਹੀਂ ਹੈਗੀ, ਔਰ ਦੂਸਰੇ ਪਾਸੇ ਇੱਕ ਕੀੜੀ ਰੱਖ ਲਈ ਛੋਟੀ ਜਿਹੀ ਜਿਹਦੇ ਕੋਲ ਸਿਰਫ ਪਿਆਰ ਹੈ, ਰੱਬ ਦਾ ਦਿੱਤਾ ਹੋਇਆ ਪਿਆਰ ਹੈ, ਬਹੁਤ ਜ਼ਿਆਦਾ ਪਿਆਰ ਕਰਦੀ ਹੈ ਉਹ ਚੀਜ਼ਾਂ ਨੂੰ, ਦਿਲ ਦੇ ਵਿੱਚ ਪਿਆਰ ਭਰਿਆ ਹੋਇਆ। ਉਹ ਕਹਿੰਦੇ ਤੁਸੀਂ ਦੋਨਾਂ ਨੂੰ ਵੀ ਕੰਪੇਅਰ ਨਹੀਂ ਕਰ ਸਕਦੇ, ਇੰਨੀ ਜ਼ਿਆਦਾ ਇੰਪੋਰਟੈਂਸ ਪਿਆਰ ਦੇ ਵਿੱਚ ਹੁੰਦੀ ਹੈ। ਰੱਬ ਦਾ ਦਿੱਤਾ ਹੋਇਆ ਪਿਆਰ ਜਿਹੜੇ ਇਨਸਾਨ ਦੇ ਦਿਲ 'ਚ ਹੋਵੇ, ਦੁਨੀਆ ਪ੍ਰਤੀ, ਆਪਣੇ ਪ੍ਰਤੀ, ਹਰ ਇੱਕ ਚੀਜ਼ ਆਲੇ ਦੁਆਲੇ ਜਿਹੜਾ ਇਨਸਾਨ ਪਿਆਰ ਦੇ ਨਾਲ ਦੇਖਦਾ ਹੈ, ਹਰ ਇੱਕ ਨੂੰ ਪਿਆਰ ਕਰਦਾ ਹੈ। ਦੂਸਰੇ ਪਾਸੇ ਰਾਜੇ ਮਹਾਰਾਜੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਧਨ ਦੌਲਤ ਹੈ, ਉਹਨਾਂ ਦਾ ਵੀ ਕੋਈ ਕੰਪੈਰੀਜ਼ਨ ਨਹੀਂ ਹੈਗਾ। ਸੋ ਪਿਆਰ ਦੀ ਇੰਨੀ ਜ਼ਿਆਦਾ ਮਹੱਤਵਤਾ ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇੱਥੇ। ਸੋ ਇਹ 4th ਕੋਟ ਸੀਗਾ। ਉਮੀਦ ਕਰਦਾ ਇਹ 4 ਕੋਟਸ ਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਲਾਈਫ ਦੇ ਵਿੱਚ ਇੰਪਲੀਮੈਂਟ ਕਰਨ ਨੂੰ ਮਿਲਿਆ ਹੋਵੇ, ਔਰ ਗੁਰੂ ਨਾਨਕ ਦੇਵ ਜੀ ਦਾ ਥੋੜ੍ਹਾ ਬਹੁਤ ਥੋਟ ਪ੍ਰੋਸੈਸ ਆਪਾਂ ਨੂੰ ਸਮਝ ਆਇਆ ਹੋਵੇ। ਔਰ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਮਿਲਾਂਗਾ 4 ਹੋਰ ਕੋਟਸ ਲੈ ਕੇ, ਦੇਖਾਂਗੇ ਹੋਰ ਜ਼ਿਆਦਾ ਕੀ ਉਹ ਆਪਾਂ ਨੂੰ ਦੱਸਣਾ ਚਾਹੁੰਦੇ ਸੀਗੇ। ਔਰ ਉਦੋਂ ਤੱਕ ਆਪਣਾ ਧਿਆਨ ਰੱਖੋ। ਸਤਿ ਸ਼੍ਰੀ ਅਕਾਲ।